ਤੇ ਹੋਰ ਹੈਰਾਨੀ ਹੁੰਦੀ, ਵੇਖੋ ਇਹ ਪੌਂਟਾ ਸਾਹਿਬ ਦੀ ਪਾਵਨ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਹ ਬਾਣੀ ਉਚਾਰਨ ਕੀਤੀ। ਜੇ ਉਦੋਂ ਆਪਾਂ ਸਤਿਗੁਰ ਦੀ ਸਰੀਰਕ ਉਮਰ ਵੇਖੀਏ, ਲਗਭਗ 19-20 ਸਾਲ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸਰੀਰਕ ਆਰਬਲਾ। 1666 ਨੂੰ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, 1675 ਨੂੰ ਸਾਹਿਬ ਜੀ ਗੁਰਗੱਦੀ ਤੇ ਬਿਰਾਜਮਾਨ ਹੋਏ, ਤੇ ਇਹ ਸਮਾਂ ਬਣਦਾ ਹੈ 1684, 85, 86। ਤੋ ਸਤਿਗੁਰ ਕਹਿੰਦੇ ਇਸ ਵਾਸਤੇ ਮੈਂ ਸਭ ਨੂੰ ਘੋਖ ਕੇ ਵੇਖਿਆ, ਨਿਰਣਾ ਇਹੀ ਹੈ ਰੱਬੀ ਪਿਆਰ ਤੋਂ ਬਿਨਾਂ। ਜੋ ਸਾਹਿਬ ਨੇ ਪਿੱਛੇ ਜ਼ਿਕਰ ਕੀਤਾ, ਅੱਜ ਆਪਾਂ ਆਖਰੀ ਇਹ ਵਿਚਾਰ ਸਾਂਝੀ ਕਰਨੀ ਇਸ ਬਾਣੀ ਦੀ। ਤੋ ਪਿੱਛੇ ਆਪਾਂ ਜੋ ਵਿਚਾਰ ਕੀਤੀ ਸੀ, ਪਹਿਲੇ ਸਵਈਏ 'ਚ ਸਾਹਿਬ ਜੀ ਨੇ ਆਖਿਆ, ਚਾਹੇ ਕੋਈ ਸਿੱਧ ਹੋਏ, ਸ਼ਰਾਵਕ ਹੋਏ, ਕੋਈ ਦੈਂਤ ਹੋਏ, ਕੋਈ ਦੇਵਤਾ ਹੋਏ, ਪਰ ਗੁਰਦੇਵ ਕਹਿੰਦੇ ਕਿੰਨੇ ਵੀ ਹੋਣ, ਵਾਹਿਗੁਰੂ ਦਾ ਪਿਆਰ ਨਹੀਂ ਹੈ ਜੀਵਨ ਦੇ ਅੰਦਰ, ਤੇ ਉਹਨਾਂ ਦਾ ਕੀਤਾ ਹੋਇਆ ਉਹ ਕਰਮ ਕਿਸੇ ਲਾਹੇ ਦਾ ਨਹੀਂ ਹੈ। ਤੋ ਸਾਹਿਬ ਨੇ ਦੂਜੇ ਸਵਈਏ 'ਚ ਕਿਰਪਾ ਕੀਤੀ, ਵੱਡੇ ਵੱਡੇ ਰਾਜਿਆਂ ਦੇ ਪਸਾਰੇ, ਉਹਨਾਂ ਕੋਲ ਹਾਥੀ ਘੋੜੇ, ਪਰ ਕੀ ਆਖਰ ਨੂੰ ਨੰਗੇ ਪੈਰ ਸੰਸਾਰ ਤੋਂ ਚਲੇ ਗਏ। ਤੀਸਰੇ ਸਵਈਏ ਵਿੱਚ ਵੀ ਸਾਹਿਬ ਨੇ ਜ਼ਿਕਰ ਕੀਤਾ, ਜਿਨ੍ਹਾਂ ਦੇ ਸਿਰਾਂ ਤੇ ਛਤਰ ਢੋਲ ਵੱਜਦੇ ਨੇ, ਬੜੇ ਪ੍ਰਤਾਪੀ ਰਾਜੇ, ਆਖਰ ਨੂੰ ਉਹ ਵੀ ਅੰਤ ਕੋ ਅੰਤ ਕੇ ਧਾਮ ਸਿਧਾਰੇ, ਸੰਸਾਰ ਤੋਂ ਤੁਰ ਪਏ। ਫਿਰ ਸਾਹਿਬ ਨੇ ਜ਼ਿਕਰ ਕੀਤਾ, ਜਿਨ੍ਹਾਂ ਨੇ ਧਰਮ ਦੇ ਕਰਮ ਬਹੁਤ ਕੀਤੇ ਬਾਹਰੀ ਤੌਰ ਤੇ, ਤੀਰਥ ਅਨੇਕ ਨੇ, ਸੰਜਮ ਨੇਮ ਬੜੇ ਨੇ, ਵੇਦ ਪੁਰਾਣ ਕਤੇਬ ਕੁਰਾਨਾਂ ਦੇ ਪਾਠ ਬੜੇ ਨੇ। ਸਾਹਿਬ ਕਹਿੰਦੇ ਪਰ ਕਿੰਨਾ ਕੁਝ ਹੋ ਗਿਆ ਵਾਹਿਗੁਰੂ ਦੇ ਪਿਆਰ ਤੋਂ ਬਿਨਾਂ, ਏਕ ਰਤੀ ਬਿਨ ਏਕ ਨਾ ਲੇਖੇ, ਉਹ ਕਿਸੇ ਲੇਖੇ ਨਹੀਂ ਪਏ। ਫਿਰ ਸਤਿਗੁਰ ਨੇ ਸੂਰਮਿਆਂ ਦਾ ਜ਼ਿਕਰ ਕੀਤਾ, ਸੁਧ ਸਿਪਾਹ ਦੁਰੰਤ ਦੁਬਾ, ਸੋ ਸਾਜ ਸਨਾ ਦੁਰਜਾਨ ਦਲੈਂਗੇ। ਕਿੰਨੇ ਵੀ ਬਾਹਾਂ 'ਚ ਬਲ ਹੋਏ, ਪਰ ਇਹ ਯਾਦ ਰੱਖੀਏ ਆਖਰ ਨੂੰ ਉਹ ਵੀ ਨਿਵਲ ਹੋ ਕੇ ਸਰੀਰਾਂ ਦੀ ਸ਼ਕਤੀ ਛੀਣ ਹੋ ਜਾਂਦੀ ਹੈ। ਜਿਹਨੂੰ ਭਗਤ ਕਬੀਰ ਜੀ ਕਹਿੰਦੇ, ਸੂਰਜ ਦੀ ਤਪਸ਼ ਦੇ ਨਾਲ ਇੱਕ ਤਲਾ ਸੁੱਕਦਾ ਸੁੱਕਦਾ ਸੁੱਕ ਜਾਂਦਾ ਹੈ, ਇਸੇ ਤਰ੍ਹਾਂ ਸਮੇਂ ਦੀ ਕਲਾ ਦੇ ਨਾਲ ਸਾਡੇ ਸਰੀਰ ਦਾ ਤਾਣ ਮੁੱਕਦਾ ਮੁੱਕਦਾ ਮੁੱਕ ਜਾਂਦਾ ਹੈ। ਸਾਇਰ ਸੋਖ ਭੁਜੰਗ ਬਲੇ, ਆ ਬਾਹਾਂ ਦਾ ਬਲ ਕਿੰਨਾ ਕੁ ਸਮਾਂ। ਸਤਿਗੁਰ ਕਹਿੰਦੇ ਯੋਧੇ ਵੀ ਬਹੁਤ ਮਾਣ ਸੀ ਆਪਣੇ ਬਲ ਤੇ, ਆਖਰ ਨੂੰ ਉਹ ਵੀ ਖਾਲੀ ਸੰਸਾਰ ਤੋਂ ਚਲੇ ਗਏ। ਫਿਰ ਸਾਹਿਬ ਨੇ ਆਖਿਆ, ਚਾਹੇ ਕੋਈ ਵੀਰ ਹੈ, ਕੋਈ ਸੂਰਮਾ ਹੈ, ਕੋਈ ਬਹੁਤ ਵੱਡਾ ਰਾਜਾ ਹੈ, ਸਾਰਿਆਂ ਨੂੰ ਦਾਤ ਵਾਹਿਗੁਰੂ ਅਕਾਲ ਪੁਰਖ ਬਖਸ਼ਿਸ਼ ਕਰਦਾ ਹੈ। ਮੰਗਤੇ ਅਨੇਕ ਨੇ, ਦਾਤਾ ਇੱਕੋ ਹੀ ਹੈ। ਗੁਰਦੇਵ ਨੇ 7ਵੇਂ ਸਵਈਏ 'ਚ ਜ਼ਿਕਰ ਕੀਤਾ ਹੈ, ਚਾਹੇ ਕੋਈ ਦਾਨਵ ਦੇਵ ਹੈ, ਕਦੋਂ ਦੇ ਵੀ ਹੋਣ, ਪਰ ਸਤਿਗੁਰ ਕਹਿਣ ਲੱਗੇ ਜੀਵਨ ਵਿੱਚ ਪ੍ਰਤਾਪ ਹੁੰਦਾ ਹੈ ਰੱਬੀ ਵਡਿਆਈ ਦਾ। ਰੱਬ ਦੇ ਪਿਆਰਿਆਂ ਦਾ ਪ੍ਰਤਾਪ ਸਦਾ ਰਹਿਣ ਵਾਲਾ ਹੈ, ਨਹੀਂ ਤੇ ਕਿੰਨਿਆਂ ਦੇ ਨਾਮੋ ਨਿਸ਼ਾਨ ਧਰਤੀ ਤੋਂ ਮਿਟ ਗਏ। ਫਿਰ ਸਾਹਿਬ ਨੇ ਅੱਗੇ ਇਸੇ ਭਾਵ ਦਾ ਜ਼ਿਕਰ ਕੀਤਾ, ਕਿੰਨੇ ਇਸ਼ਨਾਨ ਹੋਣ, ਕਿੰਨੇ ਦਾਨ ਹੋਣ, ਕਿੰਨੇ ਵੱਡੇ ਵੱਡੇ ਰਾਜੇ ਸਵੰਵਰ ਕਰਦੇ ਹੋਣ, ਆਖਰ ਨੂੰ ਜਮਾਂ ਦੀ ਫਾਹੀ 'ਚ ਪੈ ਜਾਂਦੇ ਨੇ। ਤੇ ਦੂਸਰੇ ਪਾਸੇ ਜਿਨ੍ਹਾਂ ਨੇ ਨਾਮ ਦਾ ਸਹਾਰਾ ਲਿਆ, ਉਹ ਸਦਾ ਵਾਸਤੇ ਮੁਕਤ ਹੋ ਜਾਂਦੇ ਨੇ। ਤੋ ਆਪਾਂ ਕੱਲ੍ਹ ਵਿਚਾਰ ਰਹੇ ਸਾਂ ਸਵਈਆ, ਉੱਥੋਂ ਆਪਾਂ ਵਿਚਾਰ ਅੱਗੇ ਸ਼ੁਰੂ ਕਰਨੀ ਹੈ। ਜੋ 9ਵਾਂ ਸਵਈਆ ਆਪਾਂ ਵਿਚਾਰਦੇ ਪਏ ਸਾਂ, ਤੇ 9 ਤੇ 10, ਕਿਉਂਕਿ 10 ਇਹ ਸਵਈਏ ਨੇ, ਤਵ ਪ੍ਰਸਾਦ ਸਵਈਏ। ਸੋ ਆਓ ਆਪਾਂ ਇਸ ਵਿਚਾਰ ਨੂੰ ਜੀਵਨ ਵਿੱਚ ਧਾਰਨ ਕਰੀਏ। ਸਤਿਗੁਰੂ ਜਿੰਨੀ ਸੁਮਤ ਬਖਸ਼ਦੇ ਨੇ, ਪਿਆਰ ਸਹਿਤ ਸਾਰੇ ਫਤਿਹ ਦੀ ਅਸੀਸ ਬਖਸ਼ੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਆਪਾਂ ਵਿਚਾਰਿਆ ਸੀ, ਕਹਾ ਪਇਓ, ਕਹਾਂ ਕਵਾਂਗੇ ਉਹਦਾ ਅਰਥ ਹੋ ਜਾਂਦਾ ਹੈ ਕਿੱਥੇ, ਕਿਸੇ ਸਥਾਨ ਨਾਲ ਸੰਬੰਧਿਤ। ਇੱਥੇ ਸਾਹਿਬ ਕਹਿ ਰਹੇ ਨੇ ਸਵਾਲ ਵਾਚਕ, ਕਹਾ ਪਇਓ ਕੀ ਹੋਇਆ। ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ। ਕਿਸੇ ਨੇ ਅੱਖਾਂ ਬੰਦ ਕਰਕੇ ਧਿਆਨ ਲਾਇਆ, ਤੇ ਗੁਰਦੇਵ ਇਹ ਨਹੀਂ ਕਹਿੰਦੇ ਧਿਆਨ ਨਹੀਂ ਲਾਉਣਾ। ਗੁਰਦੇਵ ਇਹ ਕਹਿ ਰਹੇ ਨੇ ਬਾਹਰ ਤੋਂ ਤੇ ਧਿਆਨ ਲਾਇਆ, ਅੰਦਰੋਂ ਬਿਰਤੀ ਬਗਲੇ ਵਾਲੀ ਹੋਵੇ।
ਫਿਰ ਉਹ ਧਿਆਨ ਕਿਸ ਕੰਮ ਆਏਗਾ। ਮੇਰੇ ਗੁਰਦੇਵ ਕਹਿੰਦੇ ਇਸ ਵਾਸਤੇ ਬੈਠ ਰਹੇ ਹੋ ਪੱਕ ਧਿਆਨ ਲਗਾਇਓ, ਬਗਲੇ ਵਰਗਾ ਧਿਆਨ ਲਾਇਆ। ਦੂਸਰਾ ਬਚਨ ਕੀਤਾ ਨਾਥ ਫਿਰਿਓ ਲੀਏ ਸਾਤ ਸਮੁੰਦਰਨ। ਸਾਤ ਸਮੁੰਦਰਨ ਦਾ ਅਰਥ ਹੈ ਸਾਰੇ ਤੀਰਥ, ਕੋਈ ਤੀਰਥ ਨਹੀਂ ਛੱਡਿਆ ਦੁਨੀਆ ਦਾ। ਲੋਕ ਗਇਓ ਪਰ ਲੋਕ ਗਵਾਇਓ, ਪਰ ਇਹਦੇ ਚੋਂ ਪ੍ਰਾਪਤੀ ਕੀ ਹੋਈ? ਉਹ ਘਰ ਦੇ ਜੀਵਾਂ ਦੇ ਕੰਮ ਨਹੀਂ ਆਇਆ, ਕਿਉਂਕਿ ਜਿਹੜੇ ਰਟਨ ਕਰਦੇ ਸਨ, ਭਰਮਣ ਕਰਦੇ ਸਨ, ਘਰ ਨੂੰ ਤਿਆਗ ਕੇ ਇੱਕ ਤੀਰ ਤੋਂ ਦੂਜੇ, ਦੂਜੇ ਤੋਂ ਤੀਜੇ ਸਾਰੀ ਜ਼ਿੰਦਗੀ ਲੰਘ ਜਾਂਦੀ ਸੀ। ਨਾ ਘਰ ਦੇ ਜੀਆਂ ਨੂੰ, ਧੀਆਂ ਪੁੱਤਾਂ ਨੂੰ ਪਾਲ ਸਕੇ, ਨਾ ਉਸ ਰੱਬ ਦੇ ਘਰ ਦੀ ਕੋਈ ਦਾਤ ਹੀ ਵਰਤੀ ਹੈ। ਕਾਰਨ ਕੀ ਸੀ? ਅੰਤਰ ਮੈਲ ਜੇ ਤੀਰਥ ਨਾਵੈ, ਤਿਸ ਬੈਕੁੰਠ ਨਾ ਜਾਣਾ। ਅੰਦਰ ਇੰਨੀ ਕੁ ਮਲੀਨਤਾ ਭਰੀ ਹੈ, ਬਿਰਤੀ ਹੈ ਬੜੀ ਮੈਲੀ। ਤਿਸ ਬੈਕੁੰਠ ਨਾ ਜਾਣਾ, ਲੋਕ ਪਤੀਣੇ ਕਛੂ ਨਾ ਹੋਵੈ, ਨਾਹੀ ਰਾਮ ਇਆਨਾ। ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਗੁਰੂ ਦੀ ਸੇਵਾ ਚੋਂ ਕੀ ਕੁਝ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਸੋ ਸਾਹਿਬ ਜੀ ਕਹਿੰਦੇ ਲੋਕ ਗਇਓ ਪਰ ਲੋਕ ਗਵਾਇਓ। ਅੱਗੇ ਸਾਹਿਬ ਬਚਨ ਕਰਦੇ ਨੇ ਜੋ ਆਪਾਂ ਵਿਚਾਰ ਕੱਲ ਇੱਥੋਂ ਤੱਕ ਕੀਤੀ ਸੀ। ਬਾਸ ਕੀਓ ਵਿਖਿਆਨ ਸੋ ਬੈਠ ਕੈ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਬਾਸ ਦਾ ਅਰਥ ਹੈ ਨਿਵਾਸ ਕਰਨਾ। ਬਹੁਤੇ ਲੋਕ ਸਨ ਜਿਹੜੇ ਕਿਸੇ ਖਾਸ ਸਥਾਨ ਤੇ ਘਰ ਪਰਿਵਾਰ ਨੂੰ ਛੱਡ ਕੇ ਧਿਆਨ ਲਾ ਕੇ ਬਹਿ ਜਾਂਦੇ ਸਨ, ਤੇ ਸਾਰਾ ਜੀਵਨ ਇਸੇ ਤਰ੍ਹਾਂ ਲੰਘ ਗਿਆ। ਉਮਰਾਂ ਬਹੁਤ ਵੱਡੀਆਂ ਵੱਡੀਆਂ ਹੋ ਗਈਆਂ, ਜੀਵਨ ਬੜਾ ਛੋਟਾ ਹੀ ਰਿਹਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਜਦੋਂ ਆ ਬਠਿੰਡੇ ਦੀ ਧਰਤੀ ਵੱਲ ਗਏ ਨੇ, ਉੱਥੇ ਇੱਕ ਬੜੀ ਵੱਡੀ ਉਮਰ ਦਾ ਪੀਰ ਹੈ, ਤੇ ਗੁਰਮੁਖ ਪਿਆਰੋ ਦਾ ਨਾਮ ਹਾਜੀ ਹਸਨ ਤੇ ਹਾਜੀ ਰਤਨ ਮਿਲਦਾ। ਬੜੀ ਵਡੇਰੀ ਉਮਰ ਹੈ। ਤੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਬਾਰੇ ਸਭ ਬਾਤਾਂ ਕਰਦੇ ਨੇ, ਤੇ ਉਹਨੇ ਕਿਹਾ ਸੀ ਕਿ ਕਿਹੜਾ ਗੁਰੂ ਹੈ ਜਿਹਦੇ ਬਾਰੇ ਸਾਰੇ ਬਾਤਾਂ ਕਰ ਰਹੇ ਨੇ, ਬੜਾ ਤਿਆਗੀ ਹੈ, ਬੜਾ ਸੂਰਮਾ ਹੈ। ਕਿੰਨੀ ਕੁ ਉਮਰ ਹੋਏਗੀ ਗੁਰੂ ਗੋਬਿੰਦ ਸਿੰਘ ਦੀ? ਦੱਸਣ ਵਾਲਿਆਂ ਨੇ ਦੱਸਿਆ ਕਿ 40 ਕੁ ਸਾਲ ਦੇ ਲਗਭਗ ਹੈ। ਕਹਿਣ ਲੱਗਾ ਫਿਰ ਮੈਂ ਬੜਾ ਵੱਡਾ ਹਾਂ, ਮੇਰੀ ਉਮਰ 100 ਸਾਲ ਤੋਂ ਵੀ ਵੱਧ ਹੈ। ਬੜੀ ਲੰਬੇਰੀ ਉਮਰ, ਤੇ ਉਹ ਛੋਟੀ ਜਿਹੀ ਉਮਰ ਦਾ ਗੁਰੂ ਕਿਵੇਂ ਹੋ ਸਕਦਾ? ਜਿਹੜਾ ਮਰਜ਼ੀ ਸ਼ੀਸ਼ ਝੁਕਾਏ, ਮੈਂ ਨਹੀਂ ਉਹਦੇ ਅੱਗੇ ਸ਼ੀਸ਼ ਝੁਕਾ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਘੋੜੇ ਤੇ ਸਵਾਰ ਹੋਏ, ਤੇ ਹਾਜੀ ਰਤਨ ਨੂੰ ਜਾ ਕੇ ਸਤਿਗੁਰੂ ਮਿਲਦੇ ਨੇ। ਤੇ ਗੁਰਦੇਵ ਨੇ ਕਿਹਾ ਸੀ, ਹਾਜੀ ਜੀ ਇਹ ਦੱਸੋ ਕੱਪੜਾ ਨਵਾਂ ਚੰਗਾ ਹੁੰਦਾ ਹੈ ਕਿ ਪੁਰਾਣਾ ਚੰਗਾ ਹੁੰਦਾ ਹੈ? ਕਹਿਣ ਲੱਗਾ ਵੀ ਪੁਰਾਣੇ ਕੱਪੜੇ ਦੀ ਕੀ ਆਸ ਹੈ, ਉਹ ਤੇ ਗਰ ਜਾਂਦਾ ਹੈ, ਉਹ ਤੇ ਬੜੀ ਛੇਤੀ ਫਟ ਜਾਏਗਾ। ਸਾਰੇ ਲੋਕ ਚਾਹੁੰਦੇ ਨੇ ਵੀ ਕੱਪੜਾ ਨਵਾਂ ਹੋਏ, ਪੁਰਾਣੇ ਦੀ ਕੀ ਕੀਮਤ ਹੈ? ਸਤਿਗੁਰ ਕਹਿਣ ਲੱਗੇ ਫਿਰ ਜਿਹੜਾ ਤੇਰਾ ਸਰੀਰ 100 ਸਾਲ ਤੋਂ ਵੱਧ ਉਮਰ ਹੈ, ਇਹਦਾ ਬਹੁਤਾ ਮਾਣ ਨਾ ਕਰੀ। ਹੈ ਤੇ ਸਰੀਰ ਵੀ ਬਸਤਰ ਹੈ। ਜੇ ਤੂੰ ਇਹ ਹੰਕਾਰ ਬਣਾ ਕੇ ਬੈਠਾ ਮੇਰੀ ਉਮਰ ਬਹੁਤ ਵੱਡੀ, ਇਹ ਬਹੁਤੀ ਵੱਡੀ ਗੱਲ ਨਹੀਂ ਹੈ। ਆ ਬਾਬਾ ਫਰੀਦ ਜੀ ਬਾਣੀ ਚਾਕਦੇ ਨੇ, ਫਿਰ ਕੀ ਹੋਇਆ? ਜੇ 100 ਵਰਿਆਂ ਜੀਵਣਾ ਭੀ ਤਨ ਹੋਸੀ ਖੇ, ਫਿਰ ਕੀ ਹੋਇਆ? ਹਾਂ ਮਸਲਾ ਹੈ ਜੀਵਨ ਵੱਡਾ ਹੋ ਜਾਏ। ਸਰੀਰ ਬਹੁਤ ਛੋਟੇ ਨੇ ਬਾਬਾ ਫਤਿਹ ਸਿੰਘ ਦਾ, ਜੀਵਨ ਬਹੁਤ ਵੱਡਾ ਹੈ। ਅੱਜ ਤੱਕ ਸਿਜਦੇ ਹੁੰਦੇ ਨੇ ਤੇ ਹੁੰਦੇ ਰਹਿਣਗੇ। ਤੇ ਜੇ ਕਿਸੇ ਨੇ ਐਵੇਂ ਹੀ ਆਪਣੀ ਬੈਸ, ਬੈਸ ਦਾ ਅਰਥ ਹੁੰਦਾ ਹੈ ਉਮਰ, ਬਾਸ ਦਾ ਅਰਥ ਹੈ ਨਿਵਾਸ ਕਰਕੇ, ਵਿਖਿਆਨ ਦਾ ਅਰਥ ਹੈ ਜੰਗਲ ਵਿੱਚ ਕਹਿ ਲਈਏ ਆਪਾਂ। ਗੁਰਦੇਵ ਜੀ ਕਹਿੰਦੇ ਜੇ ਕਿਸੇ ਨੇ, ਜਾਂ ਵਿਖਿਆਨ ਦੇ ਅਰਥ ਕੁਝ ਵਿਦਵਾਨਾਂ ਨੇ ਵਿਸ਼ੇ ਵਿਕਾਰ ਵੀ ਕੀਤੇ ਨੇ, ਤੇ ਜੇ ਕੋਈ ਬੰਦਾ ਸਭ ਕੁਝ ਤਿਆਗ ਕੇ ਜੰਗਲਾਂ ਵਿੱਚ ਬਹਿ ਕੇ ਇੱਦਾਂ ਹੀ ਆਪਣਾ ਜੀਵਨ ਬਤੀਤ ਕਰ ਲੇ, ਸੋ ਐਸੇ ਸਤਿਗੁਰ ਕਹਿੰਦੇ ਇਸ ਤਰੀਕੇ ਨਾਲ, ਐਸੇ ਹੀ ਐਸੇ ਸੋ ਬੈਸ ਬਿਤਾਇਓ। ਉਮਰ ਲੰਘ ਗਈ ਫਿਰ ਕੀ ਹੋਇਆ? ਇਹ ਨਾ ਮਾਣ ਕਰੀਏ ਤਨ ਬੁੱਢਾ ਹੋਇਆ। ਹਾਂ ਮਾਣ ਹੈ ਮਨ ਬਜ਼ੁਰਗ ਹੋ ਜਾਏ, ਚੰਗੀ ਗੱਲ, ਫਿਰ ਬੁਢੇਪਾ ਚੰਗਾ ਹੈ। ਮਨ ਬਜ਼ੁਰਗੀ ਆ ਜਾਏ, ਅਕਲ ਦਾ ਸੰਬੰਧ
ਬਜ਼ੁਰਗੀ ਦਾ ਸੰਬੰਧ ਅਕਲ ਦੇ ਨਾਲ ਹੈ। ਤੋ ਮੁਬਾਰਕ ਹੈ ਉੱਥੇ ਫਿਰ ਸਰੀਰ ਦਾ ਕਿਸੇ ਵੀ ਉਮਰ ਦਾ ਪੜਾਅ ਹੋਏ। ਉਹ ਬਚਪਨ ਵੀ ਮੁਬਾਰਕ ਹੈ। 5 ਬਰਖ ਕੋ ਅਨਾਥ ਧਰੂ ਬਾਰਕ। ਇੱਕ ਭਗਤ ਦੀ ਉਮਰ ਦੱਸੀ ਹੈ ਸਤਿਗੁਰ ਨੇ ਬਾਣੀ ਦੇ ਅੰਦਰ। ਭਗਤ ਧਰੂ 2 ਪ੍ਰਕਾਰ ਦੇ ਭਗਤਾਂ ਦਾ ਜ਼ਿਕਰ ਹੈ ਬਾਣੀ 'ਚ। ਇੱਕ ਉਹ ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹੈ, 15 ਭਗਤ ਸਾਹਿਬਾਨ, ਤੇ ਦੂਸਰੇ ਉਹ ਭਗਤ ਜਿਨ੍ਹਾਂ ਦੀ ਬਾਣੀ ਨਹੀਂ ਮੌਜੂਦ। ਭਗਤ ਧਰੂ ਜੀ ਦੀ, ਭਗਤ ਪ੍ਰਹਲਾਦ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਹੈ, ਪਰ ਉਹਨਾਂ ਦੀ ਸਾਖੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਮਿਲਦੀ ਹੈ। ਭਗਤ ਧਰੂ ਜੀ ਦੀ, ਭਗਤ ਪ੍ਰਹਲਾਦ ਜੀ ਦੀ। ਤੋ ਗੁਰਦੇਵ ਨੇ ਕਿਹਾ ਮੁਬਾਰਕ ਹੈ ਉਹ ਬਚਪਨ ਵੀ। 5 ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। ਬਹੁਤ ਉੱਚੀ ਪਦਵੀ ਪ੍ਰਾਪਤ ਹੋ ਗਈ। ਤੋ ਮੁਬਾਰਕ ਹੈ ਗੁਰਮੁਖੋ ਜਵਾਨੀ, ਮੁਬਾਰਕ ਹੈ ਉਹ ਬੁਢੇਪਾ, ਮੁਬਾਰਕ ਹੈ ਉਹ ਕਰਮ ਜਿਹੜਾ ਰੱਬੀ ਪ੍ਰੀਤ ਵਿੱਚ ਭਿੱਜਾ ਹੋਏ। ਨਹੀਂ ਤਾਂ ਮੇਰੇ ਗੁਰਦੇਵ ਕਹਿੰਦੇ ਇਸ ਤੋਂ ਬਿਨਾਂ ਜੇ ਮਨੁੱਖ ਇਸੇ ਤਰ੍ਹਾਂ ਹੀ ਆਪਣੀ ਸਾਰੀ ਆਰਬਲਾ ਬਤੀਤ ਕਰ ਦੇਵੇ ਤੇ ਸਾਹਿਬ ਕਹਿੰਦੇ ਸਾਚ ਕਹੂੰ ਸੁਨ ਲੇਹੋ ਸਭ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੇ ਗੁਰਦੇਵ ਨੇ ਪਹਿਲੋਂ ਜ਼ਿਕਰ ਕੀਤਾ ਉਹਨਾਂ ਕਰਮਾਂ ਦਾ। ਬੰਦਾ ਕਰਦਾ ਤੇ ਸਾਰਾ ਜੀਵਨ ਰਿਹਾ ਪਰ ਪ੍ਰੇਮ ਨਹੀਂ ਪੈਦਾ ਹੋਇਆ। ਸ਼ਰੀਕਾ ਜ਼ਰੂਰ ਪੈਦਾ ਕਰ ਲੈਂਦਾ ਬੰਦਾ। ਇਹ ਕਰਮ ਕਰਕੇ ਜੋ ਸਾਹਿਬ ਨੇ ਕਿਹਾ ਸ਼ਰੀਕਾ ਪੈਦਾ ਕਰ ਲਿਆ ਰੱਬ ਨਾਲ, ਵਰਤ ਰੱਖ ਕੇ, ਭੁੱਖੇ ਰਹਿ ਕੇ, ਤਪ ਤਪਾ ਕੇ ਵੀ ਪਰਮਾਤਮਾ ਤੂੰ ਇੱਦਾਂ ਚਾਹੁੰਦਾ ਅਸੀਂ ਇੱਦਾਂ ਕਰ ਲੈਣਾ। ਤੂੰ ਰੋਟੀ ਪੈਦਾ ਕੀਤੀ ਅਸੀਂ ਭੁੱਖੇ ਰਹਿ ਜਾਣਾ। ਤੇਰੀ ਇਸ ਕਾਇਨਾਤ ਵਿੱਚ ਬਹੁਤ ਪਦਾਰਥ ਨੇ, ਅਸੀਂ ਤੇ ਕੱਪੜੇ ਵੀ ਨਹੀਂ ਪਾਉਣੇ। ਗੁਰਦੇਵ ਕਹਿੰਦੇ ਇਹਨਾਂ ਕਰਮਾਂ ਨਾਲ ਪ੍ਰੀਤ ਨਹੀਂ ਬਣ ਸਕਦੀ ਵਾਹਿਗੁਰੂ ਅਕਾਲ ਪੁਰਖ ਨਾਲ। ਹਾਂ, ਜਿੱਥੇ ਪ੍ਰੇਮ ਬਣ ਜਾਏ ਜੀਵਨ ਦਾ ਹਰੇਕ ਨੇਮ ਹੀ ਚੰਗਾ ਹੈ ਜਿੱਥੇ ਪ੍ਰੇਮ ਹੋਏ। ਤੇ ਕਈ ਵਾਰ ਸਾਡੇ ਕੋਲ ਕੱਲਾ ਨੇਮ ਹੁੰਦਾ, ਮਰਿਆਦਾ ਦੀ ਆਪਾਂ ਗੱਲ ਕਰੀਏ, ਵੇਖੋ ਮਾੜੀ ਨਹੀਂ, ਮਰਿਆਦਾ ਮੁਬਾਰਕ ਹੈ, ਪਰ ਮੈਂ ਬੇਨਤੀ ਕਰਾਂ ਮਰਿਆਦਾ ਧਰਮ ਨਹੀਂ ਹੁੰਦਾ ਕਦੇ ਵੀ। ਸੱਚ ਜਾਣ, ਇੱਕ ਵਾੜ ਹੈ, ਇੱਕ ਖੇਤ ਹੈ। ਵਾੜ ਜ਼ਰੂਰੀ ਹੈ, ਜੇ ਵਾੜ ਨਹੀਂ ਖੇਤ ਉਜੜ ਜਾਏਗਾ। ਮਰਿਆਦਾ ਜ਼ਰੂਰੀ ਹੈ, ਜੇ ਮਰਿਆਦਾ ਨਹੀਂ ਰਹੀ ਧਰਮ ਨਹੀਂ ਰਹਿਣਾ ਜੀਵਨ 'ਚ। ਮਰਿਆਦਾ ਧਰਮ ਦੀ ਰਾਖੀ ਵਾਸਤੇ ਹੈ। ਮਰਿਆਦਾ ਨਾ ਜਿਹੜੀ ਉਹ ਕਾਹਦੇ ਵਾਸਤੇ ਹੁੰਦੀ? ਧਰਮ ਦੀ ਰਾਖੀ ਵਾਸਤੇ। ਵਾੜ ਕਾਹਦੇ ਵਾਸਤੇ ਹੁੰਦੀ? ਫਸਲ ਦੀ ਰਾਖੀ ਵਾਸਤੇ। ਤੇ ਗੁਰਮੁਖੋ ਇਹ ਵੀ ਬੜੀ ਮੁਸ਼ਕਲ ਹੈ ਜੇ ਕੋਈ ਬੰਦਾ ਮਰਿਆਦਾ ਨੂੰ ਹੀ ਧਰਮ ਸਮਝ ਲਏ। ਮੈਨੂੰ ਬੇਨਤੀ ਕਰ ਲੈਣ ਤੋ ਸਤਿਗੁਰ ਨੇ ਸ਼ਰੀਅਤ ਦੀ ਗੱਲ ਕੀਤੀ ਬਾਣੀ 'ਚ। ਜਿਹੜੇ ਕੇਵਲ ਸ਼ਰੀਅਤ ਨੂੰ ਸਾਹਿਬ ਕਹਿੰਦੇ ਫੜ ਲੈਂਦੇ ਸਨ। ਹਾਂ, ਮੁਬਾਰਕ ਹੈ ਉਹ ਮਰਿਆਦਾ ਜਿੱਥੇ ਧਰਮ ਪਰਪੱਕ ਹੋ ਜਾਏ ਉਹਦੇ ਨਾਲ। ਤੇ ਜਿੰਨੇ ਹੰਕਾਰ ਪੈਦਾ ਕਰ ਲਿਆ, ਉਹ ਜਸਵੰਤ ਸਿੰਘ ਜੀ ਪਰਵਾਨਾ ਬੜੇ ਪਿਆਰੇ, ਤੁਸੀਂ ਬੜੀ ਵਾਰ ਉਹਨਾਂ ਦੇ ਬੋਲ ਸੁਣੇ ਨੇ। ਉਹ ਕਹਿ ਰਹੇ ਸਨ, ਇੱਕ ਵਾਰ ਉਹ ਕਿਤੇ ਕਥਾ ਕਰਨ ਜਾਂਦੇ ਸਨ ਤੇ ਕੋਈ ਸੀ ਸੱਜਣ, ਉਹਨੂੰ ਬੇਨਤੀ ਕੀਤੀ ਭਾਈ ਗੁਰੂ ਵਾਲਾ ਬਣ, ਅੰਮ੍ਰਿਤ ਛਕ ਲਿਆ। ਤੇ ਜਦੋਂ ਸਾਲ ਬਾਅਦ ਭਾਈ ਸਾਹਿਬ ਜੀ ਫਿਰ ਉੱਥੇ ਕਥਾ ਕਰਨ ਗਏ, ਪ੍ਰਬੰਧਕ ਵੀਰ ਕਹਿਣ ਲੱਗੇ ਭਾਈ ਸਾਹਿਬ ਜੀ ਆ ਠੀਕ ਨਹੀਂ ਹੋਇਆ। ਕਹਿੰਦੇ ਕਿਉਂ? ਕਹਿਣ ਲੱਗੇ ਚਲੋ ਤੁਸੀਂ ਕਹਿ ਗਏ ਉਹਨੂੰ ਸ਼ੱਕ, ਹੁਣ ਤੇ ਉਹ ਗੇਟ ਦੇ ਬਾਹਰ ਹੀ ਖਲੋਤਾ ਹੁੰਦਾ ਹੈ, ਹਰੇਕ ਨੂੰ ਪੁੱਛਦਾ ਹੈ, ਰਾਹ 'ਚ ਪਹਿਲੋਂ ਖੜਾ ਕਰਕੇ 5 ਬਾਣੀਆਂ ਪੜ੍ਹੀਆਂ ਨੇ, ਗਾਤਰਾ ਪਾਇਆ ਹੀ। ਕਹਿਣ ਲੱਗਾ ਹੁਣ ਕੀ ਠੀਕ ਹੈ, ਮੁਬਾਰਕ ਹੈ ਉਸਨੇ ਧਰਮ ਧਾਰਨ ਕਰ ਲਿਆ, ਮਰਿਆਦਾ ਲੈ ਲਈ, ਹੁਣ ਸੰਗਤ ਨੂੰ ਨਹੀਂ ਟਿਕਣ ਦੇ ਰਹੀ। ਉਹ ਰਾਹ 'ਚ ਹੀ ਖਲੋਤਾ ਹੁੰਦਾ ਹੈ ਉਹ ਗੇਟ ਤੇ, ਉੱਥੇ ਹੀ ਪੁੱਛੀ ਜਾ ਰਿਹਾ। ਗੁਰਮੁਖੋ ਮੁਬਾਰਕ ਹੈ ਮਰਿਆਦਾ ਧਰਮ, ਪਰ ਉਹ ਹੰਕਾਰ ਨਾ ਬਣ ਜਾਏ, ਦੂਜਿਆਂ ਨੂੰ ਟੋਕਣ ਵਾਸਤੇ ਨਾ ਹੋਏ। ਤੇ ਮਰਿਆਦਾ ਦਾ ਅਰਥ ਇਹ ਵੀ ਨਹੀਂ ਵੀ ਰੰਗ ਬਰੰਗੀਆਂ ਪੱਗਾਂ ਬੰਨ੍ਹ ਲਈਆਂ ਤੇ ਅਸੀਂ ਖਾਲਸੇ ਬਣ ਗਏ। ਰਹਿਣੀ ਰਹਿ ਸੋਈ ਸਿੱਖ ਮੇਰਾ। ਸਤਿਗੁਰ ਕਹਿੰਦੇ ਜਿਹੜਾ ਉਸ ਰਹਿਤ, ਉਸ ਅਨੁਭਵ ਦੇ ਅੰਦਰ, ਉਸ ਜੀਵਨ ਦੀ ਅਵਸਥਾ ਵਿੱਚ ਰਹਿੰਦਾ ਹੋਏ। ਸੁਹਾਗਣ ਦਾ ਸ਼ਿੰਗਾਰ ਪਾਉਣਾ ਹੋਰ ਗੱਲ ਹੈ, ਬਾਜ਼ਾਰ 'ਚੋਂ ਮਿਲਦਾ ਹੈ, ਕਿਰਦਾਰ ਕਦੇ ਬਾਜ਼ਾਰ 'ਚੋਂ ਨਹੀਂ ਮਿਲਦਾ, ਜੀਵਨ 'ਚੋਂ ਪ੍ਰਗਟ ਕਰਨਾ ਪੈਣਾ। ਉਹ ਜੀਵਨ 'ਚੋਂ, ਧਰਮ ਜੀਵਨ 'ਚੋਂ ਪ੍ਰਗਟ ਹੋਏਗਾ। ਇਸ ਵਾਸਤੇ ਉਹ ਸਾਹਿਬ ਨੇ ਵਾੜ ਬਣਾਈ ਸੀ ਸਾਨੂੰ, ਮਰਿਆਦਾ ਬੜੀ ਜ਼ਰੂਰੀ ਹੈ, ਉਹ ਵਾੜ ਹੈ ਤਾਂ ਜੋ ਧਰਮ ਬਚਿਆ ਰਹੇ।
पर जे प्रीत नहीं है फिर रीत भी की करांगे। कई बार साडे कोल नेम रह जाता है, साखियां ते बड़ियां ने खैर इतिहास विच। धन गुरु हरगोबिंद साहब, एक माई सी, अज चौधरी कोल गई सी। सारा दिन तेरे घर का काम मैं करना है, पोचा मैं मारना है, झाड़ू मैं मारना है, सब कुछ करना है। शाम नूं मेरी तली ते मेरी मेहनत रख दी। सारा दिन काम किया। शाम नूं जिन्नी वटक होई चुन्नी दे पल्ले नाल बन लई। जाके दुकान तो गुड़ खरीदिया, घ्यो खरीदिया, आटा खरीदिया। कल नूं मैं मेरे सतगुरु वास्ते प्रशादा तैयार करना। धन गुरु हरगोबिंद साहब, मैं गुरु वास्ते प्रशादा तैयार करना। तो तन बजुर्ग सी, खैर इशनान किया, अमृत वेले बाणी पढ़ी, ध्यान धरिया। गुरु वास्ते प्रशादा बनाउंदी बनाउंदी नूं देर हो गई। ओने नूं दीवान की समाप्ति हुई। सतगुर लंगर छक के घोड़े ते सवार होके तुर पे। ते माई ने वो प्रशादा फड़िया, गुड़ की पेसी है, प्रशादे ने घ्यो है, ते जा रही सी अगे चों। अगे सतगुर आउंदे दिसे ते मन च कहा, सतगुरु प्रशादा तेरे वास्ते सी, चलो प्रशादा नहीं, मेरी सेवा नहीं, तुहाडे दीदार ते हो ही गए ने। पासे होके नेत्र बंद कीते ने भी सतगुर जा रहे ने, चलो ध्यान गुरु का धरां। ते साहब ने सतगुर ने घोड़ा लागे खड़ा किया ते कहन लगे, मां प्रशादा दे, भुख बड़ी लगी है। वो मेरे वर्गे होणगे नाल प्रीत वाले। प्रीत वाले थोड़े हुंदे ने साजां ने। हाँ, रीत निभाउंदियां निभाउंदियां प्रीत बन जाए, मुबारक है रीत। तां ही सिख ने वो भी नहीं छड्डनी, नेम भी नहीं अपना छड्डना। ते जदों साहब ने घोड़े ते बैठे ही प्रशादा छकिया, असीस बख्शी मां नूं, ते सिखां ने नाल सी जेड़े भी वेखिया भी ये की होया। अगले दिन फिर सिखां ने प्रशादा बन लिया, पौने च प्रशादा बन लिया। जदों सतगुर घोड़े ते चढ़ के तुरे ना, राह विच कहन लगे, सतगुर प्रशादा छक। साहब कहंदे, भुख नहीं, नाले प्रशादा छकण की मर्यादा थोड़े, तुहानूं पता नहीं प्रशादा असीं संगत च बैठ के छकदे हां। कहन लगे, सतगुरु फिर कल मर्यादा कित्थे गई सी? असीं ते वेखिया भी शायद तुहानूं भुख लगदी है। सतगुर कहन लगे, तुसीं उस माई वर्गू बाहरी तौर ते तां रीत निभा लई, पर उस मां वर्गी प्रीत कित्थों लियावोगे? गल उत्थे रीत दी नहीं सी, गल ते सिखो उत्थे प्रीत दी सी। जिथे ऐसी प्रीत होए उत्थे गुरु बज जांदा है, उत्थे वाहिगुरु भी भगतां दे वस हो जांदा है। सो इस वास्ते वो प्रीत है, वो भाव होए जीवन च, प्रेम होए, अनकंडीशन समर्पण है प्रेम, कब्जा नहीं है प्रेम। असीं ते प्रेम नूं कब्जा बनाया, मल मार लई बस। कब्जा नहीं है, समर्पण है। शर्त नहीं हुंदी प्रेम दे विच। प्रेम दे विच देना हुंदा है, लोभ दे विच खोना हुंदा है। लोभी बंदा खोंदा रहिंदा है दूजे दा भी। प्रेमी है जिहड़ा वो कुर्बान हुंदा है, समर्पण करदा जांदा है। ते धन गुरु गोबिंद सिंह साहब कहंदे, कईयां ने बाहरों नेम बड़ा निभाया, बाहर दी समाधि दा, तीर्थां दे इशनान दा, बाहर बैठ के ध्यान दा बड़े नेम निभाए, पर वाहिगुरू दे प्रेम तो बिना सब तुच्छ ने। जीरुआं की करनगियां जे एका ही ना लगा होए? ये कर्म की करनगे जे जीवन च प्रीत ही नहीं पैदा हुई? तो साहब कहंदे, साच कहों सुन लेहो सबै, ते प्रेम कोई कला नहीं है बाहर तो सिख लांगे। 3 साल कोर्स किया ते कीर्तन सिख लिया, कथा सिख ली, माफ करना। प्रेम ते अवस्था है जीवन की। ते बहुत बार तां ही सतगुर ने जिक्र किया, बंदे बाहर तो कलाकार ते बन गए, अंदरों धर्मी नहीं बन सके। कलाकार बनना बहुत सौखा है, बाहरी तौर ते बनावट। रामचंद्र दा नाटक करना बड़ा सौखा है, पर कोई होएगा जिहड़ा ठीक है उस वर्गी मर्यादा वाला भी हो गया होएगा। ਉਹਦਾ नाटक करना, नकल लाउणा बड़ी चंगी गल है, चलो लाउंदे होणगे लोग। किसी ने इसनूं धर्म समझिया, बाजारी बाजार में आए कढे बाजार। गुरुदेव कहंदे बहुते इस तरह के जिहड़े अंदर प्रीत नहीं है, बस कुछ खरीदना कुछ वेचना चाहुंदे ने। ते इस वास्ते धर्मी बंदा कोई बाहर तो कलाकार नहीं हुंदा,
ਧਰਮੀ ਬੰਦਾ ਤੇ ਅੰਦਰੋਂ ਪ੍ਰੇਮ ਦੇ ਵਿੱਚ ਭਿੱਜਾ ਹੋਇਆ। ਪ੍ਰੇਮ ਇੱਕ ਅਵਸਥਾ ਹੈ, ਜੀਵਨ ਚੋਂ ਪੈਦਾ ਕੀਤੀ ਜਾਣੀ ਹੈ। ਬਾਹਰ ਤੋਂ ਇਹ ਕਲਾ ਧਾਰਨ ਨਹੀਂ ਆਪਾਂ ਕਰ ਸਕਦੇ, ਤੇ ਜੀਵਨ ਦੀ ਅਵਸਥਾ ਹੈ, ਇਹ ਅੰਦਰੋਂ ਬਾਹਰ ਨੂੰ ਪ੍ਰਗਟ ਹੁੰਦੀ ਹੈ। ਤੇ ਜਿੱਥੇ ਪ੍ਰੇਮ ਹੈ, ਹੋਰ ਮੈਂ ਬੇਨਤੀ ਕਰਾਂ, ਧਿਆਨ ਦੀ ਗੱਲ ਸਤਿਗੁਰ ਨੇ ਕੀਤੀ ਹੈ। ਕਹਾ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ, ਬਕ ਧਿਆਨ ਲਗਾਇਓ। ਮੇਰੇ ਗੁਰਦੇਵ ਨੇ ਵੇਖੋ ਦੋ ਚੀਜ਼ਾਂ ਇਕੱਠੀਆਂ ਹੋਣਗੀਆਂ। ਸਿੱਖੀ ਦੀ ਗੱਲ ਕਰੀਏ, ਜੇ ਬਾਣੀ ਦੀ ਆਪਾਂ ਗੱਲ ਕਰੀਏ, ਸਿੱਖੀ 'ਚ ਧਿਆਨ ਹੈ ਨਾ, ਉਹ ਪ੍ਰੇਮ ਦਾ ਵਿਸ਼ਾ। ਜਿੱਥੇ ਪ੍ਰੇਮ ਹੈ ਉੱਥੇ ਹੀ ਧਿਆਨ ਹੈ। ਤੁਸੀਂ ਵੇਖ ਲਓ ਆਪਣੇ ਮਨਾਂ 'ਚ, ਮੈਂ ਵੀ ਝਾਤ ਮਾਰ ਲਵਾਂ, ਤੁਸੀਂ ਵੀ ਮਾਰ ਲਓ। ਜਿੱਥੇ ਪ੍ਰੇਮ ਹੁੰਦਾ ਧਿਆਨ ਉੱਥੇ ਆਪਣੇ ਆਪ ਹੀ ਜਾਂਦਾ ਹੈ। ਸਾਡਾ ਕੋਈ ਧੀ ਪੁੱਤ ਮੰਨ ਲਓ ਵਿਦੇਸ਼ ਬੈਠਾ, ਪ੍ਰੇਮ ਹੈ ਨਾ, ਧਿਆਨ ਆਪਣੇ ਆਪ ਹੀ ਉੱਥੇ। ਧਿਆਨ ਵਾਪਰਦਾ ਉੱਥੇ ਹੈ ਜਿੱਥੇ ਪ੍ਰੇਮ ਹੋਵੇ। ਆਪਣੇ ਆਪ ਕੁਝ ਕਰਨ ਦੀ ਲੋੜ ਨਹੀਂ ਪੈਣੀ, ਮਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਪੈਣੀ, ਪਿਓ ਨੂੰ ਕੁਝ ਕਰਨ ਦੀ ਲੋੜ ਨਹੀਂ ਪੈਣੀ। ਧਿਆਨ ਆਪਣੇ ਆਪ ਹੀ ਧੀਆਂ ਪੁੱਤਰਾਂ ਵਿੱਚ ਚਲਾ ਜਾਣਾ। ਜਿੱਥੇ ਪਿਆਰ ਹੈ ਉੱਥੇ ਧਿਆਨ ਹੈ। ਸੋ ਜੇ ਆਪਾਂ ਵੇਖੀਏ, ਪ੍ਰੇਮ ਤੇ ਧਿਆਨ ਇਹ ਦੋ ਵਿਸ਼ੇ ਨਹੀਂ ਹੈ, ਇੱਕੋ ਹੀ ਵਿਸ਼ਾ ਹੈ। ਜਿੱਥੇ ਪਿਆਰ ਉੱਥੇ ਧਿਆਨ ਜ਼ਰੂਰ ਵਰਤੇਗਾ। ਜਿਨ੍ਹਾਂ ਦਾ ਪਿਆਰ ਪ੍ਰੇਮ ਵਾਹਿਗੁਰੂ ਨਾਲ ਬਣ ਗਿਆ, ਉਹ ਦੁਨੀਆ ਨੇ ਬੜਾ ਯਤਨ ਕੀਤਾ ਤੋੜ ਦੀਏ। ਭਗਤ ਜੀ ਕਹਿੰਦੇ ਅਣਜਾਣ ਲੋਕ ਬੜਾ ਯਤਨ ਕਰਦੇ ਨੇ, ਵਰਜੈ ਲੋਕ ਅਜਾਣ, ਤਾਂ ਸਿਉ ਟੂਟੀ ਕਿਉਂ ਬਣੈ, ਜਾ ਕੇ ਜੀ ਪੁਰਾਣ। ਕਬੀਰ ਲਾਗੀ ਪ੍ਰੀਤ ਸੁਜਾਨ ਸਿਉ। ਸੁਜਾਨ ਨਾਲ ਪ੍ਰੇਮ ਬਣ ਗਿਆ, ਅਜਾਣ ਲੋਕ ਤੋੜਦੇ ਪਏ ਨੇ। ਪਰ ਜਿੱਥੇ ਪ੍ਰੇਮ ਬਣਿਆ ਹੋਏ ਕਿੱਥੇ ਟੁੱਟਦਾ ਹੈ? ਨਹੀਂ ਟੁੱਟਦਾ। ਮੋਹ ਦੇ ਰਿਸ਼ਤੇ ਟੁੱਟ ਗਏ, ਪ੍ਰੇਮ ਦਾ ਨਹੀਂ ਟੁੱਟਦਾ। ਸੋ ਕਬੀਰ ਲਾਗੀ ਪ੍ਰੀਤ ਸੁਜਾਨ ਸਿਉ, ਵਰਜੈ ਲੋਕ ਅਜਾਨ, ਤਾਂ ਸਿਉ ਟੂਟੀ ਕਿਉਂ ਬਣੈ, ਜਾ ਕੇ ਜੀ ਪ੍ਰਾਣ। ਕਿਵੇਂ ਟੁੱਟੇ? ਕਬੀਰ ਪ੍ਰੀਤ ਤਾਸਿਉ ਕਰ, ਜਾ ਕੋ ਠਾਕੁਰ ਰਾਮ, ਪੰਡਤ ਰਾਜੇ ਭੂਪਤੀ, ਆਵੇਂ ਕੋਨੇ ਕਾਮ। ਭਾਈ ਐਸੇ ਮਾਲਕ ਨਾਲ ਪ੍ਰੇਮ ਕਰ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਜਿਹੜਾ ਪ੍ਰੇਮ ਰੂਪ ਦੇ ਵਿੱਚ ਹੋ ਕੇ ਸਭ ਥਾਵਾਂ ਤੇ ਵਰਤ ਰਿਹਾ। ਤੋ ਐਸੇ ਮਾਲਕ ਵਾਹਿਗੁਰੂ ਦਾ ਪਿਆਰ, ਤੇ ਜਿੱਥੇ ਪਿਆਰ ਹੈ ਉੱਥੇ ਧਿਆਨ ਆਪਣੇ ਆਪ ਹੀ ਬਣ ਜਾਂਦਾ ਹੈ। ਜਿਹਨੇ ਪ੍ਰੇਮ ਬਣਾ ਲਿਆ ਉਹਨੇ ਧਿਆਨ ਆਪਣੇ ਆਪ ਹੀ ਲਗਾ ਲਿਆ। ਤੋ ਸਾਹਿਬ ਕਹਿੰਦੇ ਸਾਚ ਕਹੂੰ ਸੁਣ ਲਿਓ ਸਭੈ। ਵੇਖੋ ਗੁਰੂ ਸੱਚ ਕਹਿੰਦਾ, ਕਿਉਂਕਿ ਕਈ ਵਾਰ ਸੱਚ ਅਸੀਂ ਕਹਿੰਦੇ ਵੀ ਹਾਂ ਪਰ ਲਿਹਾਜ਼ ਵਿੱਚ ਕਹਿੰਦੇ ਹਾਂ। ਗੁਰੂ ਸਾਹਿਬ ਕਹਿੰਦੇ ਮੈਂ ਸੱਚ ਕਹਿਣ ਲੱਗਿਆ ਕੋਈ ਲਿਹਾਜ਼ ਨਹੀਂ ਰੱਖਣਾ ਵੀ ਫਲਾਣੇ ਨੂੰ ਕੁਛ ਹੋਏਗਾ, ਫਲਾਣੇ ਨੂੰ। ਸਤਿਗੁਰ ਨੇ ਸਭ ਜ਼ਿਕਰ ਕੀਤਾ ਇਸ ਪਾਵਨ ਬਾਣੀ ਦੇ ਅੰਦਰ। ਜੇ ਲਿਹਾਜ਼ ਵਿੱਚ ਸੱਚ ਬੋਲਾਂਗੇ ਜੀਵਨ ਨਹੀਂ ਕਦੇ ਬਦਲੇਗਾ। ਇੱਕ ਡਾਕਟਰ ਹੈ, ਕੋਈ ਮਰੀਜ਼ ਜਾਏ ਡਾਕਟਰ ਕੋਲ ਤੇ ਡਾਕਟਰ ਨੂੰ ਕਹੇ ਡਾਕਟਰ ਸਾਹਿਬ ਮੈਨੂੰ ਆਹ ਬਿਮਾਰੀ, ਡਾਕਟਰ ਕਹੇ ਹਾਂ ਬਿਲਕੁਲ ਹੈ। ਡਾਕਟਰ ਸਾਹਿਬ ਮੈਨੂੰ ਆਹ ਪਰਹੇਜ਼ ਰੱਖਣਾ ਚਾਹੀਦਾ, ਡਾਕਟਰ ਕਹੇ ਹਾਂ ਬਿਲਕੁਲ। ਮੈਨੂੰ ਆਹ ਦਵਾਈ ਦੇ ਦਿਓ, ਡਾਕਟਰ ਕਹੇ ਹਾਂ ਠੀਕ ਹੈ। ਉਹਦਾ ਰੋਗ ਨਹੀਂ ਕਦੇ ਠੀਕ ਹੋਊਗਾ। ਸੱਚ ਜਾਣਿਓ ਇਸੇ ਤਰ੍ਹਾਂ ਜੇ ਆਪਾਂ ਕਵਾਂਗੇ ਵੀ ਸੱਚੇ ਵੀ ਹੋ ਜਾਈਏ ਪਰ ਗੱਲਾਂ ਵੀ ਸਾਰੀਆਂ ਸਾਡੀਆਂ ਮੰਨੀਆਂ ਜਾਣ, ਬਦਲਣਾ ਵੀ ਕੁਝ ਨਾ ਪਏ, ਸਲਾਹਾਂ ਵੀ ਸਾਡੀਆਂ ਹੋਣ, ਫਿਰ ਕਿੱਥੇ ਉੱਥੇ ਸੱਚ ਵਰਤਣਾ। ਇਸ ਵਾਸਤੇ ਗੁਰੂ ਸਾਹਿਬ ਕਹਿੰਦੇ ਮੇਰਾ ਕੋਈ, ਜਦੋਂ ਗੁਰੂ ਨੇ ਬਾਣੀ ਉਚਾਰੀ ਕਿਸੇ ਦਾ ਲਿਹਾਜ਼ ਨਹੀਂ ਰੱਖਿਆ। ਇਹ ਨਹੀਂ ਵੀ ਕਿਸੇ ਨੂੰ ਨਿੰਦਿਆ ਹੈ, ਕਿਸੇ ਨੂੰ ਨੀਵਾਂ ਵਿਖਾਇਆ, ਪਰ ਜਿੱਥੇ ਸੱਚ ਦੀ ਗੱਲ ਹੈ ਉਹ ਸਭਨਾਂ ਵਾਸਤੇ ਸਾਂਝ ਹੈ। ਸਾਹਮਣੇ ਚਾਹੇ ਕੋਈ ਵੀ ਹੋਏ, ਗੁਰੂ ਦਾ ਸੱਚ ਬਿਨਾਂ ਲਿਹਾਜ਼ ਤੋਂ ਹੈ। ਉਹ ਚਿਹਰਿਆਂ ਵੱਲ ਵੇਖ ਕੇ ਨਹੀਂ, ਜਿੱਥੇ ਨੀਲੀਆਂ ਪੱਗਾਂ ਨੇ ਉੱਥੇ ਪੰਥ ਦੀ ਗੱਲ ਕਰਤੀ, ਜਿੱਥੇ ਦੂਜੇ ਹੋਣ ਉੱਥੇ ਹੋਰ ਹੀ ਗੱਲ ਕਰਤੀ। ਐਸਾ ਜੀਵਨ ਕਿੱਥੋਂ ਬਦਲੇਗਾ? ਤੇ ਮੇਰੇ ਗੁਰਦੇਵ ਕਿਰਪਾ ਕਰਦੇ ਨੇ, ਸਾਚ ਕਹੂੰ ਸੁਣ ਲਿਓ ਸਭੈ। ਭਾਈ ਸਾਰੇ ਸੁਣ ਲਓ। ਹਕੀਕਤ ਇਹ ਹੈ, ਸਾਹਿਬ ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਪਾਇਓ। ਖਲਕਤ ਦੇ ਮਾਲਕ ਵਾਹਿਗੁਰੂ ਖਾਲਕ ਨਾਲ ਜਿਨੇ ਪ੍ਰੇਮ ਕੀਤਾ ਹੈ ਉਸੇ ਨੇ ਪਾਇਆ। ਉਹੀ ਵਿਸ਼ੇ ਵਿਕਾਰਾਂ ਤੋਂ ਰਹਿਤ ਰਹਿੰਦਾ ਹੈ। ਉਹਦਾ ਜੀਵਨ ਹੀ ਬੜਾ ਉੱਚਾ ਸੁੱਚਾ ਹੁੰਦਾ ਹੈ। ਉਹਦੇ ਜੀਵਨ ਵਿੱਚ ਚੱਲ ਰਹੀ ਹਰੇਕ ਕਿਰਿਆ ਹੈ, ਹਰੇਕ ਨੇਮ ਹੈ, ਰੱਬ ਦੇ ਪ੍ਰੇਮ ਦੇ ਵਿੱਚ ਵੱਜਾ ਹੋਇਆ। ਸੋ ਸਾਹਿਬ ਨੇ ਕਿਰਪਾ ਕੀਤੀ। ਖੈਰ ਕੱਲ੍ਹ ਨੂੰ ਆਪਾਂ ਇਸ ਆਖਰੀ ਬੰਦ ਨੂੰ ਵਿਚਾਰਾਂਗੇ। ਵਿਚਾਰ ਤੇ ਸੀ ਸਤਿਗੁਰੂ ਕਿਰਪਾ ਮਿਹਰਾਮਤ ਕਰਨ। ਇਸੇ ਤਰ੍ਹਾਂ ਸਾਨੂੰ ਬਾਣੀ ਨਾਲ, ਗੁਰੂ ਪ੍ਰੀਤ ਨਾਲ, ਭਾਵ ਨਾਲ ਵੱਧਾ ਚੱਟੀ ਨਹੀਂ ਸਿੱਖੋ ਕਿਸੇ ਵੀ ਰੂਪ ਅੰਦਰ।
ਤੇ ਆਪਣੇ ਪਨ ਵਿੱਚ ਕਦੇ ਬੱਧਾ ਚੱਟੀ ਨਹੀਂ ਹੁੰਦੀ ਜਿੱਥੇ ਆਪਣਾਪਨ ਹੋਏ। ਸੋ ਸਾਡਾ ਆਪਣਾਪਨ ਗੁਰੂ ਨਾਲ, ਬਾਣੀ ਨਾਲ, ਸੇਵਾ ਨਾਲ, ਨੇਮ ਨਾਲ, ਮਰਿਆਦਾ ਨਾਲ, ਗੁਰੂ ਕੇ ਬਾਣੀ ਨਾਲ ਬਣੇ, ਫਿਰ ਉੱਥੇ ਕੋਈ ਬੋਝ ਨਹੀਂ ਲੱਗਿਆ ਕਰਦਾ। ਤੋ ਸਤਿਗੁਰ ਐਸੀ ਪ੍ਰੀਤ ਮੈਨੂੰ ਤੁਹਾਨੂੰ ਸਭਨਾਂ ਨੂੰ ਬਖਸ਼ਣ। ਸਭਨਾਂ ਦਾ ਧੰਨਵਾਦ, ਬੇਅੰਤ ਭੁੱਲਾਂ ਦੀ ਖਿਮਾ। ਆਓ ਸਾਰੇ ਆਪਾਂ ਸਾਰੇ ਰਸਨਾ ਤੋਂ ਕਹੀਏ, ਹਿਰਦੇ ਤੋਂ ਮਾਣੀ। ਦੋ ਚੀਜ਼ਾਂ ਦਾ ਮੇਲ ਚਾਹੀਦਾ ਜਦੋਂ ਸਿੱਖ ਨੇ ਨਾਮ ਜਪਣਾ ਜਾਂ ਬਾਣੀ ਪੜ੍ਹਨੀ। ਦੋ ਚੀਜ਼ਾਂ ਦਾ ਤਾਲਮੇਲ। ਗੁਰਮੁਖ ਹਰ ਗੁਣ ਗਾਵੇ, ਹਿਰਦੈ ਰਸਨ ਰਸਾਵੇ। ਗੁਰੂ ਦਾ ਪਿਆਰਾ ਹਰੀ ਦੇ ਗੁਣ ਗਾਉਂਦਾ, ਪ੍ਰੀਤ ਹਿਰਦੇ ਚੋਂ ਹੈ, ਰਸਨਾ ਚੋਂ ਬੋਲ ਨਿਕਲ ਜਾਂਦੇ। ਸੋ ਰਸਨਾ ਆਖੇ ਹਿਰਦੇ ਚੋਂ